जी आए ਨੂੰ प्यारे विद्यार्थियों, पंजाब स्टेट एजुकेशन बोर्ड की 9वीं जमात की अंग्रेजी की किताब इंग्लिश मेन कोर्स बुक उसका लैसन नंबर 5 दी डिस्कवरी ऑफ मून ਤੇ उसकी वोकैबलरी एक्सरसाइजेज इस वीडियो ਵਿੱਚ ਕਰਨ ਜਾ ਰਹੇ ਹਾਂ। ਸੋ ਨੋਟਬੁੱਕ ਅਤੇ ਪੈਨ ਲੈ ਲਓ ਤੇ ਸਾਰੇ ਆਨਸਰਸ ਨੂੰ ਨੋਟ ਡਾਊਨ ਕਰ ਲਓ, ਪਰ ਬਾਅਦ ਚੋਂ ਸਾਰੀ ਐਕਸਰਸਾਈਜ਼ ਨੂੰ ਬਿਨਾਂ ਦੇਖੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। ਅੱਗੇ ਵਧਣ ਤੋਂ ਪਹਿਲੇ ਦੱਸਦਾ ਬੱਚਿਓ ਕਿ ਇਸੇ ਚੈਨਲ ਦੇ ਉੱਤੇ ਘੱਟ ਤੋਂ ਘੱਟ 5 ਪਲੇਲਿਸਟਾਂ ਹੋਰ ਤੁਹਾਡੀ 9ਵੀਂ ਕਲਾਸ ਨਾਲ ਸੰਬੰਧਿਤ ਹੈਗੀਆਂ ਨੇ। ਪਹਿਲੀ ਹੈਗੀ 9th ਗ੍ਰਾਮਰ, ਇੰਗਲਿਸ਼ ਗ੍ਰਾਮਰ, ਦੂਜੀ ਹੈਗੀ ਹੈ 9th ਇੰਗਲਿਸ਼ ਸਪਲੀਮੈਂਟਰੀ, ਤੀਜੀ ਹੈਗੀ ਹੈ 9th ਸਾਇੰਸ, ਚੌਥੀ ਹੈਗੀ ਹੈ 9th ਮੈਥ ਤੇ ਪੰਜਵੀਂ ਹੈਗੀ ਹੈ 9th ਮੈਥ ਨੋਟਸ। ਸੋ ਤੁਸੀਂ ਉਹਨਾਂ ਦਾ ਲਾਹਾ ਵੀ ਲਵੋ। ਸੋ ਪਾਰਟ 1 ਕਹਿੰਦੇ ਬੱਚਿਓ ਮੈਚ ਦੀ ਵਰਡਸ ਇਨ ਕਾਲਮ A ਵਿਦ देयर ਮੀਨਿੰਗਸ ਇਨ ਕਾਲਮ B। ਸੋ ਇਹ ਬੱਚਿਓ ਇਸ ਕਾਲਮ ਵਿੱਚ ਇਹ ਵਾਲੇ ਮੈंने ਬੋਲਡ ਕਰ ਦਿੱਤੇ ਨੇ, ਇਹ ਸ਼ਬਦ ਹੈਗੇ ਨੇ ਅੰਗਰੇਜ਼ੀ ਦੇ ਤੇ B ਵਿੱਚ ਉਹਨਾਂ ਦੇ ਮਤਲਬ ਹੈਗੇ ਨੇ। ਤੁਹਾਡੀ ਕਿਤਾਬ ਵਿੱਚ ਉਹਨਾਂ ਨੂੰ ਅੱਗੇ ਪਿੱਛੇ ਕਰਕੇ ਲਿਖਿਆ ਹੋਇਆ ਹੈ, ਮਤਲਬ ਕਿ ਅੱਗੜ ਪਿਛੜ ਨੇ, ਉਹ ਮੇਲ ਨਹੀਂ ਖਾਂਦੇ। ਸੋ ਮੈਂ ਆਨਸਰਸ ਨੂੰ ਤਿਆਰ ਕਰਕੇ ਸਿੱਧਾ ਪੇਸ਼ ਕਰ ਦਿੱਤਾ ਹੈ। ਸੋ ਤੁਸੀਂ ਇਹ ਬਹੁਤ ਜ਼ਰੂਰੀ ਨੇ, ਤੁਹਾਡੀ ਵੋਕੈਬਲਰੀ ਵਧੇਗੀ, ਸ਼ਬਦਾਂ ਦਾ ਭੰਡਾਰ ਵਧੇਗਾ ਤੇ ਉਹਨੂੰ ਚੰਗੀ ਤਰ੍ਹਾਂ ਸਮਝ ਲਓ। ਵੈਸੇ ਲੈਸਨ ਦੇ ਵਿੱਚ ਵੀ ਮੈਂ ਰੀਡਿੰਗ ਟਰਾਂਸਲੇਸ਼ਨ ਕਰਨ ਲੱਗੇ ਗੱਲਾਂ ਸਮਝਾਈਆਂ। ਸੋ ਐਸਟਰੋਨੌਟ ਕੀ ਹੁੰਦਾ ਬੱਚਿਓ? ਜਿਹੜਾ ਬੰਦਾ ਪੁਲਾੜ ਯਾਤਰੀ, ਪੁਲਾੜ ਦੇ ਵਿੱਚ ਜਾਂਦਾ, ਠੀਕ ਹੈ। ਅ ਪਰਸਨ ਹੂ ਟਰੈਵਲਸ ਐਂਡ ਵਰਕਸ ਇਨ ਅ ਸਪੇਸ ਕਰਾਫਟ। ਪੁਲਾੜੀ ਜਹਾਜ਼ ਦੇ ਵਿੱਚ ਜਿਹੜਾ ਪੁਲਾੜ ਦੇ ਵਾਹਨ ਦੇ ਵਿੱਚ ਜਾਂਦਾ ਹੈ, ਕੰਮ ਕਰਦਾ ਹੈ, ਉਹਨੂੰ ਐਸਟਰੋਨੌਟ ਕਿਹਾ ਜਾਂਦਾ ਹੈ, ਠੀਕ ਹੈ। ਫਿਰ ਸਪੇਸ ਕਰਾਫਟ ਕਿਹੜਾ ਹੋ ਗਿਆ? ਜੋ ਇੱਥੇ ਹੈ ਸਪੇਸ ਕਰਾਫਟ ਹੈ। ਸਪੇਸ ਕਰਾਫਟ ਦਾ ਮਤਲਬ ਕੀ ਹੈ? ਆ ਵਹੀਕਲ, ਵਹੀਕਲ ਦਾ ਮਤਲਬ ਹੈ ਵਾਹਨ, ਮਤਲਬ ਕਿ ਆਉਣ ਜਾਣ ਦਾ, ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਸਾਧਨ। ਅ ਵਹੀਕਲ ਦੈਟ ਟਰੈਵਲਸ ਇਨ ਸਪੇਸ, ਅਰਥਾਤ ਉਹ ਵਾਹਨ ਜਿਹੜਾ ਪੁਲਾੜ ਦੇ ਵਿੱਚ ਫਿਰਦਾ ਹੈ, ਉਹਨੂੰ ਸਪੇਸ ਕਰਾਫਟ ਕਿਹਾ ਜਾਂਦਾ ਹੈ। ਉਹਨੂੰ ਸਪੇਸ ਸ਼ਿਪ ਵੀ ਕਿਹਾ ਜਾਂਦਾ ਹੈ, ਠੀਕ ਹੈ। ਮਿਸਕਨਸੈਪਸ਼ਨ, ਅ ਬਿਲੀਫ not based on correct information, ਅਰਥਾਤ ਗਲਤ ਧਾਰਨਾ, ਅਰਥਾਤ ਉਹ ਵਿਸ਼ਵਾਸ ਜੋ ਸਹੀ ਜਾਣਕਾਰੀ ਉੱਤੇ ਆਧਾਰਿਤ ਨਹੀਂ ਹੈ। ਇਹ ਮਿਸਕਨਸੈਪਸ਼ਨ ਬੱਚਿਓ ਇਕੱਲੇ ਚੰਦ ਦੇ ਬਾਰੇ ਨਹੀਂ ਹੈਗੇ, ਕਰੋਨਾ ਬਾਰੇ ਵੀ ਹੈਗੇ ਨੇ, ਵਾਇਰਸ ਬਾਰੇ ਵੀ ਹੈਗੇ ਨੇ, ਬਿਮਾਰੀਆਂ ਬਾਰੇ ਵੀ ਹੈਗੇ ਨੇ। ਸਾਡੇ ਦੇਸ਼ ਵਿੱਚ ਤੇ ਮਿਸਕਨਸੈਪਸ਼ਨਸ ਦੀ ਭਰਮਾਰ ਹੈ, ਭਰਮਾਰ। ਮਤਲਬ ਕਿ ਤਾਂ ਹੀ ਇੰਨੇ ਜੋਤਸ਼ੀ ਤੇ ਕਾਲਾ ਜਾਦੂ ਤੇ ਤਬੀਤ ਤੇ ਸਿਆਣੇ ਤੇ ਪੁੱਛਾਂ ਦੇਣ ਵਾਲੇ ਭਰੇ ਪਏ ਨੇ, ਹਨਾ। ਉਹ ਕਹਿੰਦੇ ਫਲਾਨੀ ਮੜੀ ਤੇ ਤੁਸੀਂ ਇਹ ਚੜਾ ਦਿਓ ਤੇ ਤੁਹਾਡਾ ਇਹ ਕੰਮ ਹੋ ਜਾਏਗਾ, ਫਲਾਨਾ ਤੁਸੀਂ ਇਹ ਸੁਖਣਾ ਸੁਖ ਲਓ ਤੇ ਤੁਹਾਡਾ ਇਹ ਕੰਮ ਹੋ ਜਾਏਗਾ, ਮਤਲਬ ਕਿ ਬਹੁਤ ਜ਼ਿਆਦਾ ਨੇ। ਸੋ ਮਿਸਕਨਸੈਪਸ਼ਨ ਹੁੰਦੀ ਬੱਚਿਓ ਅ ਬਿਲੀਫ ਨਾਟ ਬੇਸਡ ਔਨ ਕਰੈਕਟ ਇਨਫੋਰਮੇਸ਼ਨ, ਉਹ ਵਿਸ਼ਵਾਸ ਜੋ ਗਲਤ ਧਾਰਨਾ ਤੇ ਹੈ, ਜੋ ਸਹੀ ਧਾਰਨਾ ਦੇ ਉੱਤੇ, ਸਹੀ ਜਾਣਕਾਰੀ ਉੱਤੇ ਆਧਾਰਿਤ ਨਹੀਂ ਹੈ। ਸ਼ੈਟਰ, ਸ਼ੈਟਰ ਨੇ ਚੂਰ ਚੂਰ ਕਰ ਦੇਣਾ। ਟੂ ਡਿਸਟਰੋਏ ਕੰਪਲੀਟਲੀ, ਡਿਸਟਰੋਏ ਮੈਨੇ ਤਬਾਹ ਕਰਨਾ, ਕੰਪਲੀਟਲੀ ਪੂਰੀ ਤਰ੍ਹਾਂ ਤੇ ਤਬਾਹ ਕਰ ਦੇਣਾ, ਉਹਨੂੰ ਕਹਿੰਦੇ ਸ਼ੈਟਰ। डिसोलेट, डिसोलेट ਹੁੰਦਾ ਬੱਚਿਓ ਅ ਪਲੇਸ ਦੈਟ ਇਜ਼ ਐਮਟੀ, ਖਾਲੀ, ਸੁਨਸਾਨ, ਉਜਾੜ, ਔਰ ਵਿਦਾਊਟ ਪੀਪਲ, ਜਿੱਥੇ ਕੋਈ ਨਹੀਂ ਹੈਗਾ। ਚੰਦ ਬਾਰੇ ਕਹਿੰਦੇ ਇਟਸ ਐਨ ਐਬਸੋਲਿਊਟਲੀ ਡਿਸੋਲੇਟ ਪਲੇਸ ਵਿਦਾਊਟ ਐਨੀ ਏਅਰ ਔਰ ਵਾਟਰ ਔਨ ਇਟ, ਠੀਕ ਹੈ। ट्रेडिशनल मैंने ओल्डर मैथड्स एंड आइडियाज़, ओल्डर मैंने पुराने मैथड, मैंने तरीके, जुगतियाँ एंड आइडियाज़, विचार जो पीढ़ी दर पीढ़ी चलते आ रहे हैं, मतलब परदादे तो दादा, दादे तो प्यो ते फिर अगे, जिन्हां विच कोई ठोस ਉਹਦੀ सबूत ना होण, ठीक है। ट्रेडिशनल मतलब रवायती तौर पर। एलीमेंट, कैमिकल सबसटांस मेड ऑफ एटम्स ऑफ वन टाइप ओनली, ਇੱਕੋ किस्म के एटम के बनया होया जो पदार्थ है उन्होंने एलीमेंट कहा जाता है, ठीक है। टैंपटेड मैंने टू गैट अट्रैक्टेड, खिंचे जाना, ललचा जाना। रिसोर्सिस मैंने होंगे वसीले, समथिंग दैट कैन बी यूज टू हैल्प इन अचीविंग एन एम, वो वसीला, वो रिसोर्स होंगे भी जिहदे राही असी कोई चीज़ ਉਹਨੂੰ ਵਰਤ ਕੇ ਆਪਣਾ ਕੋਈ ਮਕਸਦ ਹੱਲ ਕਰ ਸਕਦੇ ਹਾਂ, ਉਹਨੂੰ ਕਿਹਾ ਜਾਂਦਾ ਹੈ ਰਿਸੋਰਸਿਸ, ਠੀਕ ਹੈ। ਫਿਰ ਆ ਗਿਆ ਬੱਚੋ ਪਾਰਟ 2, ਫਿਲ ਇਨ ਦੀ ਬਲੈਂਕਸ ਵਿਦ ਵਰਡਸ ਗਿਵਨ। ਇਹ ਸ਼ਬਦ ਦਿੱਤੇ ਨੇ, ਥੱਲੇ ਪੈਰਾਗ੍ਰਾਫ ਹੈ, ਉਹ 'ਚ ਖਾਲੀ ਥਾਂ ਨੇ ਤੇ ਪੈਰਾਗ੍ਰਾਫ ਨੂੰ ਪੜ੍ਹਨਾ ਹੈ, ਸਮਝਣਾ ਹੈ ਤੇ ਉਹਦੇ 'ਚ ਖਾਲੀ ਥਾਂ ਭਰਨੇ ਨੇ। ਤੇ ਖਾਲੀ ਥਾਂ 'ਚ ਕਿਹੜੇ ਕਿਹੜੇ ਸ਼ਬਦ ਆਉਣਗੇ? ਇੱਕ ਪਲੈਨਟ ਆਏਗਾ ਜਿਹਨੂੰ ਕਹਿੰਦੇ ਗ੍ਰਹਿ, ਸੈਟੇਲਾਈਟ ਆਏਗਾ ਜਿਹਨੂੰ ਕਹਿੰਦੇ ਉਪਗ੍ਰਹਿ, ਆਰਬਿਟ ਜਿਹਨੂੰ ਕਹਿੰਦੇ ਗ੍ਰਹਿ ਦਾ ਪਥ, ਗ੍ਰਹਿ ਦਾ ਰਸਤਾ, ਜਿਸ ਰਾਹ ਤੇ ਗ੍ਰਹਿ ਚੱਕਰ ਲਾਉਂਦਾ ਹੈ ਉਹਨੂੰ ਕਿਹਾ ਜਾਂਦਾ ਆਰਬਿਟ। ਮੈਨ ਮੇਡ ਮੈਨੇ ਬਣਾਉਟੀ, ਇੱਕ ਹੁੰਦੀ ਕੁਦਰਤੀ ਚੀਜ਼ਾਂ, ਇੱਕ ਹੁੰਦੀ ਮੈਨ ਮੇਡ। ਜਿਹੜੀ ਮੈਨ ਮੇਡ ਦਾ ਵਿਰੋਧੀ ਸ਼ਬਦ ਕੀ? ਨੈਚੁਰਲ, ਨੈਚੁਰਲ ਮੈਨੇ ਕੁਦਰਤੀ, ਮੈਨ ਮੇਡ ਮੈਨੇ ਬਣਾਉਟੀ, ਮਨੁੱਖ ਵੱਲੋਂ ਬਣਾਈ ਗਈ। कांस्टेंट मैंने एकसार, लगातार, ठीक है, जो चल है, जो सॉरी अचल है, कांस्टेंट मैंने अचल। फेस मैंने पासा,
ਚਿਹਰਾ ਵੀ ਹੁੰਦਾ, ਪਰ ਇੱਥੇ ਫੇਸ ਦਾ ਮਤਲਬ ਪਾਸਾ। ਰੋਟੇਟ ਮੈਨੇ ਧੁਰੀ ਉੱਤੇ ਘੁੰਮਣਾ। ਫਿਨੋਮੀਨਨ ਮੈਨੇ ਹੁੰਦਾ ਵਰਤਾਰਾ। ਹੈਵਨਲੀ ਮੈਨੇ ਹੁੰਦਾ ਅਸਮਾਨੀ। ਠੀਕ ਹੈ, ਹੁਣ ਆਓ ਦੇਖੋ ਅਸੀਂ ਇਹ ਪੈਰਾਗ੍ਰਾਫ ਨੂੰ ਸਮਝ ਕੇ ਭਰਾਂਗੇ। देखो दी वर्ड सैटेलाइट comes from the Latin word। Latin बच्चों एक बोली का नाम है, बड़ी पुरातन बोली। So the word satellite comes from the Latin word satellitis। मतलब ओरिजिनल वर्ड है सैटेलिटिस, उत्थों निकले मीनिंग अटेंडेंट। अटेंडेंट मैंने जो हर वेले तुहाडे नाल नाल रहिंदा है। सो है जिहड़ा मून है सैटेलाइट है भी नाल नाल रहिंदा, अपने ग्रह दे नाल नाल रहिंदा है ना। अटेंडेंट मैंने जो तुहाडे अगे पिछे हर वेले खब्बे सज्जे अगे पिछे होवे, तुहाडा ख्याल रखे। दी मून इज अर्थ सैटेलाइट। ਜਿਹੜਾ ਮੂਨ ਹੈ ਚੰਦਰਮਾ ਹੈ ਉਹ ਅਰਥ ਦਾ ਸੈਟੇਲਾਈਟ ਹੈ, ਉਹਦਾ ਉਪਗ੍ਰਹਿ ਹੈਗਾ। ਠੀਕ ਹੈ, ਸੋ ਦੇਖੋ ਹੁਣ ਬੜਾ ਇਹ ਗੱਲ ਸੈਂਸ ਬਣੇਗੀ ਪੂਰੀ, ਅਸੀਂ ਖਾਲੀ ਥਾਂ ਭਰ ਦਿੱਤੇ ਨੇ। ਇਟ ਇਜ਼ ਅਵਰ ਪਲੈਨਟਸ ਕੌਨਸਟੈਂਟ ਕੰਪੇਨੀਅਨ। ਕੌਨਸਟੈਂਟ ਮੈਨੇ ਹਰ ਵੇਲੇ ਦਾ, ਲਗਾਤਾਰ। ਕੰਪੇਨੀਅਨ ਮੈਨੇ ਸਾਥੀ। ਇਨ ਸਪੇਸ, ਇਹ ਪੁਲਾੜ ਵਿੱਚ ਸਾਡੇ ਗ੍ਰਹਿ ਦਾ, ਸਾਡਾ ਗ੍ਰਹਿ ਕਿਹੜਾ ਬੱਚੋ ਅਰਥ ਧਰਤੀ, ਉਹਦਾ ਇਹ ਹਮੇਸ਼ਾ ਦਾ ਸਾਥੀ ਹੈ ਚੰਦਰਮਾ। ਅਸੀਂ ਪੜ੍ਹੇ ਵੀ ਲੈਸਨ ਵਿੱਚ, ਜਦੋਂ ਧਰਤੀ ਦਾ ਜਨਮ ਹੋਇਆ ਨਾਲ ਹੀ ਚੰਦ ਦਾ ਜਨਮ ਹੋ ਗਿਆ, ਤੇ ਉਦੋਂ ਦਾ ਚੰਦ ਜਿਹੜਾ ਹੈ ਧਰਤੀ ਦੇ ਆਲੇ ਦੁਆਲੇ ਘੁੰਮੀ ਜਾ ਰਿਹਾ। ਠੀਕ ਹੈ, ਦੀ ਮੂਨ ਟੇਕਸ ਐਗਜ਼ੈਕਟਲੀ ਦੀ ਸੇਮ ਟਾਈਮ ਟੂ ਰੋਟੇਟ ਅਰਾਊਂਡ ਇਟਸ ਐਕਸਿਸ ਵੰਸ, ਇੱਕ ਵਾਰੀ, ਐਜ਼ ਦੀ ਅਰਥ ਟੇਕਸ ਟੂ ਰੋਟੇਟ ਔਨ ਇਟਸ ਐਕਸਿਸ ਵੰਸ। ਹੁਣ ਬੱਚਿਓ ਇੱਥੇ ਮੈਂ ਦੱਸਾਂ, ਜਿਹੜਾ ਇਹ ਸੈਂਟੈਂਸ ਹੈ ਇਹਦੀ ਅੰਗਰੇਜ਼ੀ ਵਿੱਚ ਕੋਈ ਗੜਬੜ ਨਹੀਂ ਹੈਗੀ। ਗ੍ਰਾਮਰ ਦੇ ਪੱਖੋਂ, ਸਿੰਟੈਕਸ ਦੇ ਪੱਖੋਂ, ਸਿੰਟੈਕਸ ਹੁੰਦਾ ਸੈਂਟੈਂਸ ਦਾ ਸਟਰਕਚਰ, ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਇੱਥੇ ਬੱਚਿਓ ਇੱਕ ਵਿਗਿਆਨਿਕ ਗਲਤੀ ਹੈ। ਠੀਕ ਹੈ ਨਾ, ਕਿਉਂਕਿ ਇਹ ਸਬਜੈਕਟ ਅੰਗਰੇਜ਼ੀ ਦਾ, ਤੇ ਪਰ ਮੈਂ, ਕਿਉਂਕਿ ਤੁਸੀਂ 9th ਕਲਾਸ ਵਿੱਚ ਹੈਗੇ ਹੋ ਤੇ ਇਹ 8ਵੀਂ ਕਲਾਸ ਵਿੱਚ ਪੜ੍ਹ ਚੁੱਕੇ ਹਾਂ, ਤੁਹਾਨੂੰ ਮੈਂ ਲੈਸਨ ਵਿੱਚ ਵੀ ਦੱਸਿਆ। ਹੁਣ ਇਹ 'ਚ ਗਲਤੀ ਕੀ ਹੈ ਬੱਚਿਓ, ਸਾਨੂੰ ਚੰਦਰਮਾ ਦਾ ਇੱਕੋ ਹੀ ਪਾਸਾ ਨਜ਼ਰ ਆਉਂਦਾ। ਦੇਖੋ ਦੈਟ ਇਜ਼ ਵਾਈ ਵੀ ਸੀ ਦੀ ਸੇਮ ਫੇਸ ਆਫ ਦੀ ਮੂਨ ਔਨ ਅਰਥ। ਫੇਸ ਮੈਨੇ ਇੱਕੋ ਪਾਸਾ, ਜਿਹੜਾ ਪਾਸਾ ਧਰਤੀ ਤੋਂ ਚੰਦ ਨਾਲ ਨਜ਼ਰ ਆ ਰਿਹਾ ਨਾ ਬੱਚਿਓ, ਉਹਦਾ ਪਿਛਲਾ ਪਾਸਾ ਸਾਨੂੰ ਨਜ਼ਰ ਹੀ ਨਹੀਂ ਆਉਂਦਾ ਕਦੀ, ਸਿਰਫ ਉਹੀ ਪਾਸਾ ਨਜ਼ਰ ਆਉਂਦਾ। ਕਿਉਂ? ਇਹਦਾ ਕਾਰਨ ਹੈ ਵੇ, ਇੱਥੇ ਗਲਤੀ ਕੀ ਹੈ ਦੇਖੋ, ਦੀ ਮੂਨ ਟੇਕਸ ਐਗਜ਼ੈਕਟਲੀ ਦੀ ਸੇਮ ਟਾਈਮ ਟੂ ਰੋਟੇਟ ਅਰਾਊਂਡ ਇਟਸ ਐਕਸਿਸ। ਅਰਥਾਤ ਜਿੰਨਾ ਸਮਾਂ ਚੰਦਰਮਾ ਆਪਣੀ ਧੁਰੀ ਤੇ ਘੁੰਮਣ ਨੂੰ ਲਾਉਂਦਾ ਹੈ, ਧੁਰੀ ਤੇ ਘੁੰਮਣ, ਧੁਰੀ ਤੇ ਕਿੱਦਾਂ ਘੁੰਮਣਾ ਹੁੰਦਾ, ਜਿੱਦਾਂ ਲਾਟੂ ਘੁੰਮਦਾ, ਅਸੀਂ ਰੱਸੀ ਲਪੇਟ ਕੇ ਲਾਟੂ ਨੂੰ ਸਿੱਟੀ ਦਾ ਨਾ ਤੇ ਘੁੰਮਦਾ, ਤੇ ਜਾਂ ਫਿਰ ਜਿਹੜਾ ਚੱਕਾ ਐਕਸਲ ਦੇ ਉੱਤੇ ਘੁੰਮਦਾ, ਗੱਡੀ ਦਾ ਚੱਕਾ, ਗੱਡੇ ਦਾ ਚੱਕਾ ਜਾਂ ਸਾਈਕਲ ਦਾ ਚੱਕਾ ਜਿੱਦਾਂ ਘੁੰਮਦਾ ਹੈ, ਉਹ ਜਿਹੜਾ ਐਕਸਲ ਹੈ ਉਹ ਧੁਰੀ ਹੈ, ਉਹਦੇ ਤੇ ਘੁੰਮਦਾ ਹੈ, ਰੋਟੇਟ, ਉਹਨੂੰ ਰੋਟੇਸ਼ਨ ਕਹਿੰਦੇ ਆ। ਵੰਸ ਐਜ਼ ਦੀ ਅਰਥ ਟੇਕਸ ਟੂ ਰੋਟੇਟ ਔਨ ਇਟਸ ਐਕਸਿਸ, ਕਹਿੰਦੇ ਜਿੰਨਾ ਸਮਾਂ ਧਰਤੀ ਆਪਣੀ ਧੁਰੀ ਤੇ ਘੁੰਮਣ ਦਾ ਲਾਉਂਦੀ ਏ ਉਨਾ ਚੰਦ ਲਾਉਂਦਾ। ਬੱਚੇ ਇਹ ਤੇ ਗਲਤ ਗੱਲ ਹੈ। ਜਿਹੜਾ ਚੰਦਰਮਾ ਹੈ ਉਹ ਧੁਰੀ ਤੇ ਘੁੰਮਣ ਦਾ ਕਿੰਨਾ ਸਮਾਂ ਲਾਉਂਦਾ ਹੈ? ਕਰੀਬ 28 ਦਿਨ ਲਾਉਂਦਾ ਹੈ, 28 ਦਿਨ। ਤੇ ਧਰਤੀ ਆਪਣੀ ਧੁਰੀ ਤੇ 24 ਘੰਟਿਆਂ 'ਚ ਘੁੰਮ ਜਾਂਦੀ, ਕਿੱਥੇ 28 ਦਿਨ ਤੇ ਕਿੱਥੇ 24 ਘੰਟੇ, ਕਿੱਥੇ ਇੱਕ ਦਿਨ। ਸੋ ਇਹ ਗਲਤ ਗੱਲ ਹੈ। ਅਸਲ ਵਿੱਚ ਕੀ ਹੈ, ਅਸਲੀਅਤ ਕੀ ਹੈ, the moon takes exactly the same time to rotate around its axis once as it takes to revolve around the earth। ਅਰਥਾਤ ਜਿੰਨਾ ਧਰਤੀ ਦੇ ਇਰਦ ਗਿਰਦ ਚੱਕਰ ਲਾਉਂਦਾ ਉਹਨੂੰ ਕਹਿੰਦੇ ਰੈਵੋਲੂਸ਼ਨ, ਉਹ ਵੀ 28 ਦਿਨ ਨੇ ਤੇ ਧੁਰੀ ਤੇ ਘੁੰਮਣਾ ਵੀ 28 ਦਿਨ ਨੇ। ਇਸੇ ਕਰਕੇ ਸਾਨੂੰ ਚੰਦ ਦਾ ਇੱਕੋ ਪਾਸਾ ਨਜ਼ਰ ਆਉਂਦਾ ਹੈ। ਸੋ ਇਹ ਬੱਚੋ ਸਿਧਾਂਤਕ ਜਿਹੜੀ ਵਿਗਿਆਨ ਦੀ ਸਿਧਾਂਤ ਦੀ ਗਲਤੀ ਹੈ ਉਹ ਇੱਥੇ ਹੈਗੀ, ਤਾਂ ਮੈਂ ਉਜਾਗਰ ਕੀਤੀ ਹੈ। ਅੱਗੇ ਮੈਂ ਤਸਵੀਰ ਰਾਹੀਂ ਤੁਹਾਨੂੰ ਇਹ ਗੱਲ ਸਮਝਾ ਵੀ ਦੇਵਾਂਗਾ ਹੁਣੀ। ਠੀਕ ਹੈ, ਸੋ ਦੈਟ ਇਜ਼ ਵਾਈ ਵੀ ਸੀ ਦੀ ਸੇਮ ਫੇਸ ਆਫ ਦੀ ਮੂਨ ਔਨ ਅਰਥ। ਠੀਕ ਹੈ, ਸਾਇੰਟਿਸਟ ਟੁਕ ਐਨ ਆਈਡੀਆ ਫਰੋਮ ਦਿਸ ਫਿਨੋਮੀਨਨ। ਇਸ ਵਰਤਾਰੇ ਤੋਂ ਵਿਗਿਆਨੀਆਂ ਨੂੰ ਇੱਕ ਵਿਚਾਰ ਆਇਆ, ਕੁਦਰਤੀ ਵਰਤਾਰਾ ਹੈ ਨਾ, ਕਿ ਚੰਦ ਦਾ ਇੱਕੋ ਹੀ ਪਾਸਾ ਨਜ਼ਰ ਆਉਂਦਾ ਹੈ, ਕਿਉਂਕਿ ਜਿੰਨਾ ਸਮਾਂ ਚੰਦ ਧੁਰੀ ਤੇ ਘੁੰਮਣ ਨੂੰ ਲਾਉਂਦਾ ਹੈ ਉਨਾ ਹੀ ਸਮਾਂ ਉਹ ਧਰਤੀ ਦਾ ਚੱਕਰ ਕੱਟਣ ਨੂੰ ਲਾਉਂਦਾ ਹੈ, ਜੋ ਕਿ 28 ਦਿਨ ਹੈ। ਠੀਕ ਹੈ, ਐਂਡ ਡਿਵੈਲਪਡ ਆਰਟੀਫਿਸ਼ੀਅਲ ਸੈਟੇਲਾਈਟਸ। ਆਰਟੀਫਿਸ਼ੀਅਲ ਮੈਨੇ ਮੈਨ ਮੇਡ, ਬਣਾਉਟੀ। ਇਸ ਤਰ੍ਹਾਂ ਫਿਰ ਵਿਗਿਆਨੀਆਂ ਨੇ ਬਣਾਉਟੀ ਉਪਗ੍ਰਹਿ ਬਣਾਏ ਅਤੇ ਪੁਲਾੜ ਵਿੱਚ ਛੱਡੇ, ਜਿਹੜੇ ਕਿ ਅੱਜ ਅਸੀਂ ਦੇਖਦੇ ਹਾਂ ਟੈਲੀਵਿਜ਼ਨ ਚੈਨਲ ਚੱਲਦੇ ਨੇ, ਸੈਟੇਲਾਈਟ ਰਾਹੀਂ ਫੋਟੋਆਂ ਲਿੱਤੀਆਂ ਜਾਂਦੀਆਂ ਹੈ, ਵੈਦਰ ਫੋਰਕਾਸਟ, ਮੌਸਮ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ, ਤੇ ਹੋਰ ਮਿਲਟਰੀ ਜਿਹੜੀ ਹੈ ਹੋਰ ਆਪਣੇ ਜਸੂਸੀ ਕੰਮਾਂ ਲਈ ਵੀ ਇਹਨੂੰ ਵਰਤਦੀ ਹੈ। ਠੀਕ ਹੈ, ਸੋ ਆਰਟੀਫਿਸ਼ੀਅਲ ਸੈਟੇਲਾਈਟ ਬੜੇ ਸਾਰੇ ਨੇ ਪੁਲਾੜ ਵਿੱਚ। ਇਹ ਦੇਖੋ ਫਿਰ ਅੱਗੇ, ਸੈਟੇਲਾਈਟਸ ਆਰ ਹੈਵਨਲੀ ਬੋਡੀਜ਼। ਅਰਥਾਤ ਜਿਹੜੇ ਸੈਟੇਲਾਈਟ ਨੇ, ਉਪਗ੍ਰਹਿ ਨੇ, ਉਹ ਅਸਮਾਨੀ ਮਤਲਬ ਵਸਤੂਆਂ ਨੇ, ਬੋਡੀਜ਼ ਨੇ, ਦੈਟ ਰਿਵੋਲਵ ਅਰਾਊਂਡ ਅ ਪਲੈਨਟ, ਜੋ ਕਿ ਆਪਣੇ ਗ੍ਰਹਿ ਦੇ ਆਲੇ ਦੁਆਲੇ ਘੁੰਮਦੇ ਨੇ। ਜਿੱਦਾਂ ਚੰਦਰਮਾ ਧਰਤੀ ਦਾ ਸੈਟੇਲਾਈਟ ਹੈ, ਇਸ ਕਰਕੇ ਧਰਤੀ ਦੇ ਆਲੇ ਦੁਆਲੇ ਘੁੰਮਦਾ ਹੈ। ਇਸੇ ਤਰ੍ਹਾਂ ਜੂਪੀਟਰ ਦੇ ਵੀ ਸੈਟੇਲਾਈਟ ਹੈਗੇ ਨੇ, ਸੈਟਰਨ ਦੇ ਵੀ ਹੈਗੇ ਨੇ।
ਦੇ ਆਰ ਆਲਸੋ ਕਾਲਡ ਦੀ ਮੂਨਸ ਆਫ ਦੀ ਪਲੈਨਟ। ਇਹ ਸੈਟੇਲਾਈਟ ਦਾ ਦੂਜਾ ਨਾਮ ਮੂਨ ਵੀ ਹੈਗਾ। ਹੁਣ ਇਹ ਮੂਨ ਨੂੰ ਅਸੀਂ ਮੂਨ ਹੀ ਕਹਿਤਾ, ਮੂਨ ਦਾ ਨਾਮ ਮੂਨ ਪੈ ਗਿਆ, ਪਰ ਮੂਨ ਦਾ ਮਤਲਬ ਹੈ ਸੈਟੇਲਾਈਟ ਵੀ ਹੈ, ਅਰਥਾਤ ਜਿਹੜਾ ਮੂਨ ਸ਼ਬਦ ਹੈ ਉਹ ਸੈਟੇਲਾਈਟ ਦਾ ਸਮਾਨਾਰਥਕ ਸ਼ਬਦ ਵੀ ਹੈ। ਦੇ ਆਰ ਆਲਸੋ ਕਾਲਡ ਦੀ ਮੂਨਸ ਆਫ ਦੀ ਪਲੈਨਟ। ਠੀਕ ਹੈ। ਆਰਟੀਫਿਸ਼ੀਅਲ ਸੈਟੇਲਾਈਟਸ ਆਰ ਮੈਨ ਮੇਡ ਆਬਜੈਕਟਸ। ਜਿਹੜੇ ਬਣਾਉਟੀ ਸੈਟੇਲਾਈਟ ਨੇ ਉਹ ਮਨੁੱਖਾਂ ਵੱਲੋਂ ਬਣਾਈ ਗਈਆਂ ਚੀਜ਼ਾਂ ਨੇ। ਵਿਚ ਆਰ ਪੁੱਟ ਇਨਟੂ ਆਰਬਿਟ, ਜਿਹੜੀਆਂ ਕਿ ਉਹਨਾਂ ਦੇ ਗ੍ਰਹਿ ਪੱਥ ਵਿੱਚ ਪਾਈਆਂ ਜਾਂਦੀਆਂ ਨੇ ਵਿਦ ਦੀ ਹੈਲਪ ਆਫ ਰਾਕਟਸ। ਰਾਕਟ ਦੇ ਰਾਹੀਂ ਬੜੀ ਤੇਜ਼ੀ ਦੇ ਨਾਲ ਉਹਨਾਂ ਨੂੰ ਪੁਲਾੜ ਵਿੱਚ ਸੁੱਟਿਆ ਜਾਂਦਾ ਤੇ ਫਿਰ ਉਹ ਆਪਣੀ ਆਰਬਿਟ ਵਿੱਚ ਘੁੰਮਣਾ ਸ਼ੁਰੂ ਕਰ ਦਿੰਦੇ ਨੇ। ਆਓ ਮੈਂ ਤੁਹਾਨੂੰ ਇੱਕ ਤਸਵੀਰ ਰਾਹੀਂ ਸਮਝਾਉਣਾ ਕਿ ਇਹ ਮੈਂ ਕੀ ਕਹਿ ਰਿਹਾ ਸੀਗਾ ਵੀ ਸਾਨੂੰ ਚੰਦ ਦਾ ਇੱਕੋ ਪਾਸਾ ਕਿਉਂ ਨਜ਼ਰ ਆਉਂਦਾ ਹੈ, ਕਿਉਂਕਿ ਉਹਦਾ ਪੀਰੀਅਡ ਆਫ ਰੋਟੇਸ਼ਨ ਇਜ਼ ਇਕੁਅਲ ਟੂ ਦੀ ਪੀਰੀਅਡ ਆਫ ਰੈਵੋਲੂਸ਼ਨ। ਇਹ ਦੇਖੋ ਬੱਚਿਓ, ਹੈਗਾ ਸੂਰਜ ਤੇ ਇਹ ਹੈਗਾ ਜਿਹੜਾ ਚਿੱਟਾ ਜਿਹੜਾ ਹੈਗਾ, ਇਹ ਹੈਗਾ ਧਰਤੀ ਦਾ ਆਰਬਿਟ। ਹੈ ਦੇਖੋ ਧਰਤੀ ਇੱਦਾਂ ਘੁੰਮਦੀ ਹੈ ਸੂਰਜ ਦੇ ਆਲੇ ਦੁਆਲੇ, ਤੇ ਧਰਤੀ ਆਪਣੀ ਧੁਰੀ ਤੇ ਵੀ ਘੁੰਮਦੀ ਹੈ ਤੇ ਠੀਕ ਹੈ, ਇਹ ਵੈਸਟ ਟੂ ਈਸਟ। ਤੇ ਇਸੇ ਤਰ੍ਹਾਂ ਜਿਹੜਾ ਚੰਦਰਮਾ ਹੈ, ਮੂਨ ਹੈਗਾ, ਦੇਖੋ ਇਹ ਧਰਤੀ ਦੇ ਆਲੇ ਦੁਆਲੇ ਘੁੰਮਦਾ ਵੈਸਟ ਟੂ ਈਸਟ। ਇਹ ਚੰਦਰਮਾ ਹੈ ਛੋਟਾ ਜਿਹਾ ਚਿੱਟੇ ਰੰਗ ਦਾ। ਹੁਣ ਇਹ ਆਪਣੀ ਧੁਰੀ ਤੇ ਵੀ ਘੁੰਮਦਾ ਇੱਦਾਂ। ਮਤਲਬ ਕਿ ਜੇ ਚੰਦ ਇੱਥੋਂ ਸ਼ੁਰੂ ਹੋਇਆ, ਇੱਥੋਂ ਦੀ ਸ਼ੁਰੂ ਹੋ ਕੇ ਇੱਥੋਂ ਦੀ ਲੈ ਕੇ ਇੰਨੇ ਲੱਗੇ 28 ਦਿਨ, ਤਕਰੀਬਨ 27-28 ਦਿਨ। ਮਤਲਬ ਕਿ 28 ਪੂਰੇ ਨਹੀਂ ਹੈ, ਕੁਝ ਘੰਟਿਆਂ ਦਾ ਫਰਕ ਹੈਗਾ। ਸੋ ਇਹਨੂੰ ਲੱਗਦੇ ਨੇ 28 ਦਿਨ ਇੱਥੋਂ ਲੈ ਕੇ ਇੱਥੇ ਤੱਕ। ਤੇ ਜਿਹੜਾ ਧੁਰੀ ਤੇ ਘੁੰਮਦਾ ਹੈ ਇੱਦਾਂ, ਇਹ ਵਾਲਾ ਧੁਰੀ ਤੇ, ਉਹਨੂੰ ਵੀ ਲੱਗਦੇ ਨੇ 28 ਦਿਨ। ਸੋ ਇਹਨੂੰ ਕਹਿੰਦੇ ਆ ਰੋਟੇਸ਼ਨ, ਤੇ ਟਾਈਮ ਨੂੰ ਕਹਿੰਦੇ ਆ ਪੀਰੀਅਡ, ਤੇ ਪੀਰੀਅਡ ਆਫ ਰੋਟੇਸ਼ਨ, ਤੇ ਇਹਨੂੰ ਕਹਿੰਦੇ ਆ ਰੈਵੋਲੂਸ਼ਨ। ਤੇ ਟਾਈਮ ਜਿਹੜਾ ਉਹਨੂੰ ਬਣ ਗਿਆ ਪੀਰੀਅਡ ਆਫ ਰੈਵੋਲੂਸ਼ਨ। ਸੋ ਮੂਨ ਦਾ ਪੀਰੀਅਡ ਆਫ ਰੋਟੇਸ਼ਨ ਇਜ਼ ਇਕੁਅਲ ਟੂ ਦੀ ਪੀਰੀਅਡ ਆਫ ਇਟਸ ਰੈਵੋਲੂਸ਼ਨ ਅਰਾਊਂਡ ਦੀ ਅਰਥ। ਇਸੀ ਕਰਕੇ ਸਾਨੂੰ ਚੰਦ ਦਾ ਇੱਕੋ ਹੀ ਪਾਸਾ ਨਜ਼ਰ ਆਉਂਦਾ ਹੈ, ਕਿਉਂਕਿ ਜਦ ਤੱਕ ਉਹ ਘੁੰਮਦਾ ਹੈ ਉਹ ਨਾਲ ਦੇ ਨਾਲ ਇੱਧਰ ਵੀ ਘੁੰਮੀ ਜਾ ਰਿਹਾ ਇੱਦਾਂ ਇੱਦਾਂ, ਤੇ ਉਹ ਇਸ ਹਿਸਾਬ ਨਾਲ ਘੁੰਮਦਾ ਕਿ ਜਦੋਂ ਤੱਕ ਇੱਥੇ ਆਉਂਦਾ ਹੈ ਉਹ ਜਿੰਨਾ ਕਿੱਧਰ ਆਉਂਦਾ ਹੈ ਉਨਾ ਹੀ ਉਹ ਆਪਣੀ ਧੁਰੀ ਤੇ ਵੀ ਘੁੰਮ ਗਿਆ ਹੁੰਦਾ ਹੈ। ਤੇ ਇਸ ਕਰਕੇ ਸਾਨੂੰ ਚੰਦ ਦਾ ਸਿਰਫ ਇੱਕੋ ਹੀ ਪਾਸਾ ਨਜ਼ਰ ਆਉਂਦਾ ਹੈ। ਸੋ ਜੋ ਟੈਕਸਟ ਵਿੱਚ ਲਿਖਿਆ ਬੱਚਿਓ, ਉਹਨਾਂ ਨੇ ਲਿਖਿਆ ਕਿ the time it takes to rotate on its axis once is same as the time the earth takes to rotate on the axis। ਅਤੇ ਗਲਤ ਗੱਲ ਹੈ, ਜਿਹੜੀ ਅਰਥ ਘੁੰਮਦੀ ਹੈ ਆਪਣੀ ਧੁਰੀ ਤੇ ਉਹਦੇ 24 ਘੰਟੇ ਲੱਗਦੇ ਨੇ ਸਰ, ਠੀਕ ਹੈ ਨਾ। ਸੋ ਜਿਹੜੀ ਹੈ ਇਹ ਆਰਬਿਟ ਵਿੱਚ ਘੁੰਮਦੀ ਹੈ ਧਰਤੀ, ਉਹਨੂੰ ਲੱਗਦੇ ਨੇ 365 ਦਿਨ। 365 ਜਮਾ ਚੱਪਾ ਦਿਨ, ਮਤਲਬ 365 ਦਿਨ ਹੈਗੇ ਨੇ ਤੇ ਨਾਲ 6 ਘੰਟੇ ਹੋਰ ਹੈਗੇ ਨੇ ਤਕਰੀਬਨ, ਠੀਕ ਹੈ। ਸੋ ਇਹ ਜਿਹੜੀ ਗੱਲ ਹੈ ਇਹ ਸਿਧਾਂਤਕ ਤੌਰ ਤੇ ਗਲਤ ਸੀ, ਇਸ ਕਰਕੇ ਮੈਂ ਸੋਚਿਆ ਕਿ ਵੀ ਉਹ ਕਿਤਾਬ 'ਚ ਗਲਤ ਛਪ ਗਈ ਹੈ ਤੁਹਾਡੀ 9ਵੀਂ ਦੀ ਕਿਤਾਬ 'ਚ। ਅੰਗਰੇਜ਼ੀ ਪੱਖੋਂ, ਬੋਲੀ ਪੱਖੋਂ ਕੋਈ ਗਲਤੀ ਨਹੀਂ, ਪਰ ਇਹ ਸਿਧਾਂਤ ਦੀ ਬਹੁਤ ਵੱਡੀ ਗਲਤੀ ਹੈ। ਇਸ ਕਰਕੇ ਮੈਂ ਸੋਚਿਆ ਕਿ ਇਸ ਗਲਤੀ ਨੂੰ ਮੈਂ ਤੁਹਾਡੇ ਸਾਹਮਣੇ ਉਜਾਗਰ ਕਰ ਦੇਵਾਂ। ਤੇ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਸਾਨੂੰ ਚੰਦ ਦਾ ਇੱਕੋ ਪਾਸਾ ਕਿਉਂ ਨਜ਼ਰ ਆਉਂਦਾ ਹੈ, ਕਿਉਂਕਿ ਪੀਰੀਅਡ ਆਫ ਰੋਟੇਸ਼ਨ ਇਜ਼ ਇਕੁਅਲ ਟੂ ਦੀ ਪੀਰੀਅਡ ਆਫ ਰੈਵੋਲੂਸ਼ਨ। ਠੀਕ ਹੈ, ਅੱਗੇ ਚਲੀਏ। ਹੁਣ ਕਹਿੰਦੇ ਬੱਚੋ ਕੈਨ ਯੂ ਆਈਡੈਂਟੀਫਾਈ ਨਾ ਪਛਾਣ ਕਰਨੀ, ਦੀ ਨੇਮਸ ਨਾਮ ਆਫ ਦੀ 8 ਪਲੈਨਟਸ। ਸਾਡਾ ਜੋ ਸੌਰ ਮੰਡਲ ਹੈ, ਸਾਡਾ ਜੋ ਸੋਲਰ ਸਿਸਟਮ ਹੈ, ਉਹਦੇ ਵਿੱਚ ਅਸੀਂ ਟੋਟਲ 8 ਗ੍ਰਹਿ ਨੇ। ਪਹਿਲਾ ਹੈਗਾ ਮਰਕਰੀ, ਦੂਜਾ ਹੈਗਾ ਵੀਨਸ, ਤੀਜਾ ਹੈਗਾ ਅਰਥ ਜਿਹੜਾ ਜਿੱਥੇ ਅਸੀਂ ਰਹਿੰਦੇ ਹਾਂ, ਫਿਰ ਹੈਗਾ ਮਾਰਸ, ਫਿਰ ਹੈਗਾ ਜੂਪੀਟਰ, ਫਿਰ ਹੈਗਾ ਸੈਟਰਨ, ਫਿਰ ਹੈਗਾ ਯੂਰੇਨਸ ਤੇ ਫਿਰ ਹੈਗਾ ਨੈਪਚੂਨ। ਇਹ ਬੱਚਿਓ 8 ਗ੍ਰਹਿ ਨੇ। ਜੇ ਤੁਸੀਂ ਇਹਦੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਦੀ ਸਟਾਰਸ ਐਂਡ ਦੀ ਸੋਲਰ ਸਿਸਟਮ 8th ਕਲਾਸ 9th ਸਾਇੰਸ 8th ਸਾਇੰਸ ਦੀ ਪਲੇਲਿਸਟ ਵਿੱਚ ਜਾਓ, ਉਹ 'ਚ 17ਵਾਂ ਚੈਪਟਰ ਸੁਣੋ ਧਿਆਨ ਦੇ ਨਾਲ, ਬਹੁਤ ਜਾਣਕਾਰੀ ਭਰਪੂਰ ਅਤੇ ਬਹੁਤ ਰੋਚਕ ਹੈਗਾ। ਉਹ ਮੈਂ ਕਹਾਂਗਾ ਸਾਰੇ ਬੱਚਿਆਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ, ਉਹ 'ਚ ਬਹੁਤ ਸਾਰੀ ਤੁਹਾਨੂੰ ਨੌਲੇਜ ਮਿਲੇਗੀ। ਠੀਕ ਹੈ, ਤਾਰਿਆਂ ਬਾਰੇ, ਸੂਰਜ ਬਾਰੇ, ਚੰਦ ਬਾਰੇ, ਗ੍ਰਹਿਾਂ ਬਾਰੇ। ਤੇ ਕਹਿੰਦੇ ਆਓ ਦੇਖੀਏ ਇਹਨਾਂ ਦੀ ਪਛਾਣ ਕਰਨੀ ਹੈ। ਇਨ ਆਵਰ ਸੋਲਰ ਸਿਸਟਮ ਇਨ ਦੀ ਬਾਕਸ, ਥੱਲੇ ਡੱਬਾ ਦਿੱਤਾ ਹੈ, ਉਹ 'ਚ ਲੈਟਰਸ ਲਿਖੇ ਹੋਏ ਨੇ, ਕਹਿੰਦੇ ਉਹਨਾਂ 'ਚੋਂ 8 ਗ੍ਰਹਿਾਂ ਦੀ ਪਛਾਣ ਕਰਨੀ ਹੈ। 100 ਦੇਖੀਏ। ਸੋ ਇਹ ਬੱਚੋ ਇਹ ਡੱਬਾ ਤੁਹਾਡੀ ਕਿਤਾਬ 'ਚ ਬਣਿਆ ਹੋਇਆ ਸੀ ਇੱਦਾਂ, ਉਹਦੀ ਫੋਟੋ ਲੈ ਕੇ ਮੈਂ ਇਹਨੂੰ ਇੱਥੇ ਟਿਕਾ ਦਿੱਤਾ। ਸੋ ਪਹਿਲੇ ਅਸੀਂ ਸ਼ੁਰੂ ਕਰਦੇ ਹਾਂ ਮਰਕਰੀ। ਸਭ ਤੋਂ ਪਹਿਲਾਂ ਜੋ ਸੂਰਜ ਦੇ ਸਭ ਤੋਂ ਨੇੜੇ ਹੈਗਾ ਉਹ ਹੈਗਾ ਮਰਕਰੀ। ਠੀਕ ਹੈ, ਸੋ ਇੱਥੇ ਆ ਗਿਆ ਤੁਹਾਡਾ ਮਰਕਰੀ। ਕਿੱਥੇ ਹੈਗਾ ਜੀ? ਇਹ ਦੇਖੋ ਮਰਕਰੀ, MERCURY, ਇਹ ਮਰਕਰੀ ਹੈਗਾ ਪਹਿਲਾ। ਫਿਰ ਆ ਗਿਆ ਤੁਹਾਡਾ ਵੀਨਸ, ਇਹ ਦੇਖੋ VENUS, ਇਹ ਵੀ ਦੂਜੀ ਪਛਾਣ ਹੋ ਗਈ ਵੀਨਸ। ਤੀਜਾ ਸਾਡਾ ਆ ਗਿਆ ਬੱਚਿਓ ਅਰਥ। ਠੀਕ ਹੈ, ਅਰਥ ਕਿੱਥੇ ਹੈਗਾ? ਇਹ ਦੇਖੋ ਅਰਥ EARTH, ਇਹ ਸਾਡਾ ਗ੍ਰਹਿ ਹੈਗਾ ਅਰਥ। ਉਸ ਤੋਂ ਬਾਅਦ ਆ ਗਿਆ ਜੂਪੀਟਰ, ਇਹ ਜੂਪੀਟਰ ਆ ਗਿਆ JUPITR, ਨਹੀਂ ਫਿਰ ਹੈਗਾ ਮਾਰਸ।
देखो मार्स, MARS, मार्स आ गया। फिर आ गया जुपिटर, फिर आ गया सैटर्न, सैटर्न शनिचर बली, यह शनिचर ग्रह है। ठीक है। फिर आ गया बच्चों यूरेनस, यूरेनस कितने हैगा, आ गया यूरेनस, URANUS, यूरेनस। फिर अखीर आ गया नेपच्यून, NEPTUNE, नेपच्यून। सो इस तरह बच्चों लभने ने, जनरल नॉलेज भी है, दिमागी कसरत भी है। ठीक है, थोड़ा इन्ना फोकस ध्यान लगाने की आदत पैंदी है। सो ऐसी प्यारे विद्यार्थियों, ਤੁਹਾਡੀ ਲੈਸਨ ਨੰਬਰ 5 ਦੀ ਵੋਕੈਬਲਰੀ ਐਕਸਰਸਾਈਜ਼। ਸੋ ਉਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਨਾਲ, ਲਗਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ। ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।